Hello everyone, welcome to my channel. So this is going to be a video regarding Punjab PCS mains. So in this video we will cover GS1. So first of all ਆਪਾਂ ਇਹ ਦੇਖਦੇ ਹਾਂ ਕਿ GS1 ਦੇ ਵਿੱਚ ਕਿਹੜੇ ਕੰਪੋਨੈਂਟਸ ਇਨਕਲੂਡ ਹੁੰਦੇ ਆ। ਦੇਖੋ GS1 ਦੇ ਵਿੱਚ ਟੋਟਲ 3 ਕੰਪੋਨੈਂਟਸ ਇਨਕਲੂਡ ਆ। ਫਸਟ ਹੈਗਾ ਹਿਸਟਰੀ, ਸੈਕੰਡ ਹੈਗਾ ਜੀਓਗ੍ਰਾਫੀ ਐਂਡ ਥਰਡ ਹੈਗਾ ਸੋਸਾਇਟੀ। ਹਿਸਟਰੀ ਨੂੰ ਵੀ ਅੱਗੇ ਆਪਾਂ ਕਾफ़ी पार्ट्स ਦੇ ਵਿੱਚ ਸੈਗਰੀਗੇਟ ਕਰ ਸਕਦੇ ਹਾਂ, ਲਾਈਕ ਵਰਲਡ ਹਿਸਟਰੀ ਹੋ ਗਿਆ, ਏਂਸ਼ੀਅੰਟ ਮਿਡੀਵਲ ਆ ਗਿਆ, ਠੀਕ ਹੈ, ਐਂਡ ਇਸ ਤੋਂ ਇਲਾਵਾ ਮਾਡਰਨ ਹਿਸਟਰੀ ਹੋ ਗਿਆ ਐਂਡ ਪੋਸਟ ਇੰਡੀਪੈਂਡੈਂਸ ਹੋ ਗਿਆ। ਦੈਨ ਜੋਗਰਾਫੀ ਨੂੰ ਵੀ ਆਪਾਂ 2 ਕੰਪੋਨੈਂਟਸ ਵਿੱਚ ਕਰ ਸਕਦੇ ਹਾਂ, ਇੰਡੀਅਨ ਜੋਗਰਾਫੀ ਆ ਗਿਆ ਐਂਡ ਪੰਜਾਬ ਦੀ ਜੋਗਰਾਫੀ ਆ ਗਿਆ। ਐਂਡ ਸੁਸਾਇਟੀ ਦੇ ਵਿੱਚ ਵੀ ਅੱਗੇ ਕਾफ़ੀ ਕੰਪੋਨੈਂਟਸ ਆ ਜਾਂਦੇ ਆ। ਸੋ ਬਰੋਡਲੀ ਜੋ GS1 ਆ ਉਹ ਇਹਨਾਂ 3 ਕੰਪੋਨੈਂਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਸੋ ਆਪਾਂ 1 ਬਾਏ 1 ਕਰਕੇ ਸਾਰੇ ਹੀ ਇਹਨਾਂ ਕੰਪੋਨੈਂਟਸ ਨੂੰ ਦੇਖਾਂਗੇ ਕਿ ਇਹਨਾਂ ਕੰਪੋਨੈਂਟਸ ਦਾ ਸਿਲੇਬਸ ਕੀ ਹੈ ਐਂਡ ਇਹਨਾਂ ਕੰਪੋਨੈਂਟਸ ਦੇ ਲਈ ਸਾਨੂੰ ਕਿਹੜੇ ਰਿਸੋਰਸਿਸ ਫੋਲੋ ਕਰਨੇ ਚਾਹੀਦੇ ਆ। ਸੋ ਫਸਟ ਆਫ ਆਲ ਹੈਗਾ ਜੀ ਹਿਸਟਰੀ। ਸੋ ਹਿਸਟਰੀ ਦੇ ਵਿੱਚ ਫਸਟਲੀ ਆ ਜਾਂਦਾ ਹੈਗਾ ਵਰਲਡ ਹਿਸਟਰੀ, ਠੀਕ ਹੈ ਜੀ। ਸੋ ਵਰਲਡ ਹਿਸਟਰੀ ਦੇ ਵਿੱਚ ਦੇਖੋ ਸਿਲੇਬਸ ਕੀ ਦਿੱਤਾ ਹੋਇਆ, ਈਵੈਂਟਸ ਫਰੋਮ 18th ਸੈਂਚੁਰੀ, ਇੰਡਸਟਰੀਅਲ ਰੈਵੋਲੂਸ਼ਨ ਆ, ਵਰਲਡ ਵਾਰਸ ਆ ਜਾਂਦੀਆਂ, ਦੈਨ ਕੋਲੋਨਾਈਜੇਸ਼ਨ ਆ ਗਈ, ਡੀਕੋਲੋਨਾਈਜੇਸ਼ਨ ਆ ਗਈ। ਇਸ ਤੋਂ ਇਲਾਵਾ ਕਾफ़ी ਜਿਹੜੀਆਂ ਫਿਲੋਸਫੀਜ਼ ਆ ਲਾਈਕ ਕੈਪੀਟਲਿਜ਼ਮ ਹੋ ਗਿਆ, ਸੋਸ਼ਲਿਜ਼ਮ ਹੋ ਗਿਆ, ਕਮਿਊਨਿਜ਼ਮ ਹੋ ਗਿਆ, ਇਹ ਸਾਰੇ ਦਿੱਤੀਆਂ ਹੋਈਆਂ। ਸੋ ਇਹਨਾਂ ਦੇ ਲਈ ਦੇਖੋ ਆਪਾਂ ਜਿਹੜਾ ਰਿਸੋਰਸ ਫੋਲੋ ਕਰਨਾ ਹੈਗਾ ਉਹ ਹੈਗਾ ਵਿਜ਼ਨ IAS ਦੇ ਨੋਟਸ। ਦੇਖੋ ਇਹ ਵਿਜ਼ਨ IAS ਦੇ ਵੱਲੋਂ ਜੋ ਕਲਾਸਰੂਮ ਦੇ ਵਿੱਚ ਜਿਵੇਂ ਪੜ੍ਹਾਈਆਂ ਜਾਂਦੀਆਂ ਉਹਨਾਂ ਦੀ ਕੰਪਾਈਲੇਸ਼ਨ ਆ ਜੋ ਕਿ ਸਟੂਡੈਂਟਸ ਨੂੰ ਦਿੱਤੀ ਜਾਂਦੀ ਉਹਨਾਂ ਦੇ ਵੱਲੋਂ। ਵੈਸੇ ਇਹ ਪੇਡ ਹੁੰਦੀ ਹੈ ਲੇਕਿਨ UPSC ਫ੍ਰੀ ਮਟੀਰੀਅਲ ਔਰਗਨਾਈਜੇਸ਼ਨ 'ਤੇ ਇਹ ਤੁਹਾਨੂੰ ਫ੍ਰੀਲੀ ਅਵੇਲੇਬਲ ਹੋ ਸਕਦੀ ਹੈ ਐਂਡ UPSC PDF ਸਾਈਟ 'ਤੇ ਵੀ ਇਹ ਤੁਹਾਨੂੰ ਫ੍ਰੀ ਦੇ ਵਿੱਚ ਮਿਲ ਸਕਦੀ ਹੈ। ਇਸ ਤੋਂ ਇਲਾਵਾ ਦੇਖੋ ਇਹ ਜੋ PDF ਹੈਗੀ ਹੈ, ਜਿੰਨੇ ਮੇਰੇ ਸਾਥੀ ਟੈਲੀਗ੍ਰਾਮ ਚੈਨਲ ਨਹੀਂ ਜੁਆਇਨ ਕੀਤਾ ਉਹਨਾਂ ਨੂੰ ਦੱਸਣਾ ਚਾਹੁੰਦਾ ਇਹ ਮੈਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ ਸ਼ੇਅਰ ਵੀ ਕੀਤੀ ਹੋਈ ਹੈ। ਸੋ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਵੀ ਰਿਸੋਰਸ ਫੋਲੋ ਕਰਨ ਦੀ ਜ਼ਰੂਰਤ ਨਹੀਂ ਪੈਣੀ ਹੈਗੀ। ਨਾਲ ਤੁਸੀਂ ਕੀ ਕਰਨਾ ਹੈਗਾ ਜੋ ਕਿ ਪੰਜਾਬ PCS ਦੇ ਪ੍ਰੀਵੀਅਸ ਈਅਰ ਕੁਐਸਚਨਸ ਨੇ ਜੋ ਮੈਂ ਆਲਰੇਡੀ ਟੈਲੀਗ੍ਰਾਮ ਚੈਨਲ ਦੇ ਉੱਪਰ ਅਪਲੋਡ ਕਰ ਚੁੱਕਿਆ। ਇਸ ਤੋਂ ਇਲਾਵਾ ਜੋ UPSC ਦੇ ਵਿੱਚ ਵੀ ਪੁੱਛੇ ਗਏ ਨੇ ਮੇਨਸ ਦੇ ਵਿੱਚ ਉਹ ਵੀ ਤੁਸੀਂ ਜ਼ਰੂਰ ਸੋਲਵ ਕਰਨੇ ਹੈਗੇ ਆ, ਸੋ ਦੈਟ ਯੂ ਕੈਨ ਹੈਵ ਆਈਡੀਆ ਕਿ ਕਿਸ ਟਾਈਪ ਦੇ ਜਿਹੜੇ ਕੁਐਸਚਨਸ ਆ ਉਹ ਆਪਾਂ ਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ ਐਂਡ ਤੁਸੀਂ ਉਸ ਹਿਸਾਬ ਦੇ ਨਾਲ ਆਪਣੀ ਤਿਆਰੀ ਕਰ ਸਕੋ। ਜਾਂ ਸਮਟਾਈਮਸ ਕੀ ਹੁੰਦਾ ਆਪਾਂ ਨੂੰ ਸ਼ਾਰਟ ਨੋਟਸ ਵੀ ਬਣਾਉਣੇ ਪੈਂਦੇ ਆ, ਸੋ ਦੈਟ ਕਿ ਤੁਸੀਂ ਉਸ ਤਰ੍ਹਾਂ ਸ਼ਾਰਟ ਨੋਟਸ ਬਣਾ ਸਕੋ, ਸੋ ਦੈਟ ਕਿ ਇਹ ਤੁਹਾਨੂੰ ਤੁਹਾਡੀ ਫਾਈਨਲ ਰਿਵੀਜ਼ਨ ਦੇ ਵਿੱਚ ਕੰਮ ਦੇ ਸਕਣ, ਠੀਕ ਹੈ। ਨੋ ਨੈਕਸਟ ਵਨ ਹੈਗਾ ਜੀ ਇੰਡੀਅਨ ਕਲਚਰ। ਸੋ ਇੰਡੀਅਨ ਕਲਚਰ ਦਾ ਦੇਖੋ ਸਿਲੇਬਸ ਕੀ ਆ, ਸੇਲੀਐਂਟ ਆਸਪੈਕਟਸ ਆਫ ਆਰਟ ਫੋਰਮਸ ਦਿੱਤੀਆਂ ਹੋਈਆਂ ਨੇ, ਲਿਟਰੇਚਰ ਦਿੱਤਾ ਹੋਇਆ, ਠੀਕ ਹੈ ਨਾ, ਐਂਡ ਆਰਕੀਟੈਕਚਰ ਫਰੋਮ ਏਸ਼ੀਅੰਟ ਟੂ ਮਾਡਰਨ ਟਾਈਮਸ। ਦੇਖੋ ਇਹਦੇ ਲਈ ਆਪਾਂ ਕੀ ਕਰਨਾ ਹੈਗਾ, ਨਿਤਿਨ ਸਿੰਘਾਨੀਆ ਸਰ ਦੀ ਬੁੱਕ ਆ ਉਹ ਯੂਜ਼ ਕਰਨੀ ਹੈਗੀ ਹੈ। ਬਟ ਇੱਕ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸਮਟਾਈਮਸ ਕੀ ਹੁੰਦਾ ਜੋ ਇੰਡੀਅਨ ਕਲਚਰ ਆ ਉਹਦੇ ਵਿੱਚੋਂ ਕੁਐਸਚਨ ਜ਼ਿਆਦਾ ਹੀ ਡੀਪ ਪੁੱਛ ਲਏ ਜਾਂਦੇ ਆ, ਠੀਕ ਹੈ। ਸੋ ਇਸ ਕੰਪੋਨੈਂਟ ਦੇ ਵਿੱਚ ਜੇਕਰ ਕੋਈ ਕੁਐਸਚਨ ਆਊਗਾ ਜਾਂ ਤਾਂ ਆਪਾਂ ਨੂੰ ਉਹ ਪੂਰਾ ਆਉਂਦਾ ਹੀ ਹੋਊਗਾ ਜਾਂ ਆਪਾਂ ਨੂੰ ਬਿਲਕੁਲ ਵੀ ਨਹੀਂ ਆਉਂਦਾ ਹੋਣਾ, ਇਸ ਟਾਈਪ ਦੇ ਕੁਐਸਚਨ ਪੁੱਛੇ ਜਾਂਦੇ ਆ। ਸੋ ਇਹਦੀ ਜੋ ਕੋਸਟ ਬੈਨੀਫਿਟ ਰੇਸ਼ੋ ਘੱਟ ਆ, ਸੋ ਇਸ ਕਰਕੇ ਤੁਸੀਂ ਜਿੰਨਾ ਕੁ ਵੀ ਆਪਾਂ ਨੂੰ ਜ਼ਰੂਰੀ ਆ ਕਰਨਾ ਸਿਰਫ ਓਨਾ ਕੁ ਹੀ ਇੰਡੀਅਨ ਕਲਚਰ ਨੂੰ ਕਵਰ ਕਰਨਾ। ਆਪਾਂ PYQs ਨੂੰ ਜ਼ਰੂਰ ਦੇਖ ਲੈਣਾ ਕਿ ਕਿਸ ਟਾਈਪ ਜਿਹੜੇ ਕੁਐਸਚਨ ਆ ਉਹ ਪੁੱਛੇ ਜਾਂਦੇ ਆ, ਠੀਕ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ। ਸੋ ਦੈਟ ਕਿ ਉਸ ਹਿਸਾਬ ਦੇ ਨਾਲ ਤੁਸੀਂ ਓਨੀ ਕੁ ਹੀ ਮਿਹਨਤ ਕਰੋ ਇਹਦੇ ਉੱਪਰ, ਬਿਕੋਜ਼ ਸਮਟਾਈਮਸ ਕੀ ਹੁੰਦਾ ਸੀ ਇਹਦੇ ਉੱਪਰ ਜ਼ਿਆਦਾ ਮਿਹਨਤ ਕਰ ਲੈਂਦੇ ਆ ਬਟ ਕੁਐਸਚਨ ਜਿਹੜਾ ਹੈਗਾ ਹੋਰ ਜ਼ਿਆਦਾ ਡੀਪ ਪੁੱਛ ਲਿਆ ਜਾਂਦਾ ਜਿਹੜਾ ਕਿ ਆਪਾਂ ਨੂੰ ਆਉਂਦਾ ਨਹੀਂ ਹੁੰਦਾ। ਸੋ ਉਸ ਕਰਕੇ ਕਿਉਂਕਿ ਹੋਰ ਵੀ ਦੇਖੋ ਕਾफ़ੀ ਕੰਪੋਨੈਂਟਸ ਹੈਗੇ ਆ, ਸੋ ਇਸ ਕੰਪੋਨੈਂਟ ਦੇ ਉੱਪਰ ਮੇਰਾ ਪਰਸਨਲ ਓਪੀਨੀਅਨ ਇਹ ਆ ਵੀ ਜਿੰਨਾ ਕੁ ਜ਼ਰੂਰੀ ਆ ਸਫੀਸ਼ੈਂਟ ਆ ਸਿਰਫ ਓਨਾ ਕੁ ਹੀ ਕਰੋ, ਬਹੁਤਾ ਜ਼ਿਆਦਾ ਇਹਦੇ ਉੱਪਰ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ। ਜਾਂ ਤੁਸੀਂ ਨਿਤਿਨ ਸਿੰਘਾਨੀਆ ਸਰ ਦੀ ਬੁੱਕ ਕਰ ਸਕਦੇ ਹੋ ਜਾਂ ਕੀ ਹੁੰਦਾ ਜੋ UPSC ਦੇ ਟੋਪਰਸ ਨੇ ਨਾ ਜੋ ਹਰ ਸਾਲ ਟੌਪ ਕਰਦੇ ਨੇ ਉਹਨਾਂ ਦੇ ਦੁਆਰਾ ਆਪਣੇ ਟੈਲੀਗ੍ਰਾਮ ਚੈਨਲ ਬਣਾਏ ਜਾਂਦੇ ਆ, ਠੀਕ ਹੈ ਜੀ। ਸੋ ਉਹਨਾਂ ਟੈਲੀਗ੍ਰਾਮ ਚੈਨਲਸ ਦੇ ਉੱਪਰ ਉਹਨਾਂ ਦੇ ਵੱਲੋਂ ਇਹਨਾਂ ਜੋ ਟੌਪਿਕਸ ਨੇ ਇਹਨਾਂ ਦੇ ਨੋਟਸ ਅਪਲੋਡ ਕੀਤੇ ਜਾਂਦੇ ਆ। ਸੋ ਤੁਸੀਂ ਕਿਸੇ ਵੀ ਟੌਪਰ ਦਾ ਜਿਹੜੇ ਨੋਟਸ ਆ ਉਹਨਾਂ ਉੱਪਰ ਵੀ ਰਿਲਾਈ ਕਰ ਸਕਦੇ ਹੋ ਔਰ ਤੁਸੀਂ ਇਸ ਸਰ ਦੀ ਬੁੱਕ ਨੂੰ ਫੋਲੋ ਕਰਕੇ ਆਪਣੇ ਖੁਦ ਦੇ ਨੋਟਸ ਵੀ ਪ੍ਰਿਪੇਅਰ ਕਰ ਸਕਦੇ ਹੋ, ਠੀਕ ਹੈ। ਨੈਕਸਟ ਹੈਗਾ ਜੀ ਮਾਡਰਨ ਹਿਸਟਰੀ। ਮਾਡਰਨ ਹਿਸਟਰੀ ਦੇ ਵਿੱਚ ਦੇਖੋ
ਸਿਲੇਬਸ ਕੀ ਮੈਂਸ਼ਨ ਕੀਤਾ ਹੋਇਆ, ਫਰੋਮ ਦ ਮਿਡਲ ਆਫ 18th ਸੈਂਚੁਰੀ ਅੰਟਿਲ ਪ੍ਰੈਜੈਂਟ ਸਿਗਨੀਫਿਕੈਂਟ ਈਵੈਂਟਸ। ਨਾਲ ਕੀ ਆ, ਪਰਸਨੈਲਿਟੀ ਦਿੱਤਾ ਹੋਇਆ। ਪੰਜਾਬ PCS ਦੇ ਵਿੱਚ ਪਰਸਨੈਲਿਟੀ ਬੇਸਡ ਕੁਐਸਚਨ ਕਾਫੀ ਪੁੱਛਿਆ ਜਾਂਦਾ, ਜਿਵੇਂ ਜਵਾਹਰ ਲਾਲ ਨਹਿਰੂ ਦੇ ਉੱਪਰ ਬੇਸਡ ਕੁਐਸਚਨ ਪੁੱਛਿਆ ਗਿਆ ਸੀ, ਜਾਂ ਲਾਲਾ ਲਾਜਪਤ ਰਾਏ ਜੀ ਉੱਪਰ, ਜਾਂ ਭਗਤ ਸਿੰਘ ਦੇ ਉੱਪਰ ਕੁਐਸਚਨ ਪੁੱਛੇ ਗਏ ਆ। ਸੋ ਪਰਸਨੈਲਿਟੀਜ਼ ਨੂੰ ਆਪਾਂ ਬਿਲਕੁਲ ਧਿਆਨ ਦੇ ਨਾਲ ਕਰਨਾ ਹੈਗਾ। ਨੈਕਸਟ ਕੀ ਹੈ ਕਿ ਸੋਸ਼ੋ ਰਿਲੀਜੀਅਸ ਰਿਫੋਰਮ ਮੂਵਮੈਂਟਸ ਵਿਦ ਸਪੈਸ਼ਲ ਰੈਫਰੈਂਸ ਟੂ ਪੰਜਾਬ। ਆਹ ਚੀਜ਼ ਇੰਪੋਰਟੈਂਟ ਹੈ ਇੱਥੇ, ਕਿ ਜੋ ਸੋਸ਼ੋ ਰਿਲੀਜੀਅਸ ਰਿਫੋਰਮ ਮੂਵਮੈਂਟਸ ਚੱਲੀਆਂ ਸੀਗੀਆਂ ਉਸ ਟਾਈਮ, ਆਪਾਂ ਇਹ ਦੇਖਣਾ ਕਿ ਉਹਨਾਂ ਦਾ ਪੰਜਾਬ ਦੇ ਵਿੱਚ ਕਿੰਨਾ ਕੁ ਅਸਰ ਸੀਗਾ, ਜਾਂ ਪੰਜਾਬ ਦੀ ਕਿੰਨੀ ਕੁ ਭਾਗੀਦਾਰੀ ਸੀਗੀ। ਥਰਡ ਹੈਗਾ ਦ ਫਰੀडम ਸਟਰਗਲ, ਇਟਸ ਵੇਰੀਅਸ ਸਟੇਜਸ ਐਂਡ ਇੰਪੋਰਟੈਂਟ ਕੰਟਰੀਬਿਊਟਰ ਫਰੋਮ ਡਿਫਰੈਂਟ ਪਾਰਟ ਆਫ ਦ ਕੰਟਰੀ ਵਿਦ ਸਪੈਸ਼ਲ ਰੈਫਰੈਂਸ ਟੂ ਪੰਜਾਬ। ਹੁਣ ਦੇਖੋ ਇਹਦੇ ਲਈ ਇੱਕ ਤਾਂ ਆਪਾਂ ਸਪੈਕਟਰਮ ਬੁੱਕ ਤਾਂ ਯੂਜ਼ ਕਰਨੀ ਹੈ, ਠੀਕ ਹੈ। ਸਪੈਕਟਰਮ ਬੁੱਕ ਦੇ ਵਿੱਚੋਂ ਦੇਖੋ ਹੂ ਬਹੂ ਕੁਐਸਚਨ ਆ ਜਾਂਦੇ ਆ, ਬਿਕੋਜ਼ ਸਪੈਕਟਰਮ ਬੁੱਕ ਇਟਸੈਲਫ ਇੱਕ ਨੋਟਸ ਦੀ ਫਾਰਮ ਦੇ ਵਿੱਚ ਆ। ਸੋ ਤੁਸੀਂ ਜਾਂ ਤਾਂ ਜੋ ਸਪੈਕਟਰਮ ਬੁੱਕ ਆ ਜਾਂ ਤਾਂ ਉਹਨੂੰ ਹਾਈਲਾਈਟ ਕਰ ਸਕਦੇ ਹੋ, ਜਾਂ ਜੇਕਰ ਤੁਸੀਂ ਆਪਦੇ ਅਲੱਗ ਤੋਂ ਨੋਟਸ ਬਣਾਉਣਾ ਚਾਹੁੰਦੇ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ। ਬਟ ਇੱਕ ਹੋਰ ਗੱਲ ਧਿਆਨ ਰੱਖਣੀ ਕਿ ਵਿਦ ਸਪੈਸ਼ਲ ਰੈਫਰੈਂਸ ਟੂ ਪੰਜਾਬ ਦਿੱਤਾ ਹੋਇਆ ਨਾ, ਸੋ ਇਸ ਲਈ ਤੁਸੀਂ ਕੀ ਕਰਨਾ ਹੈਗਾ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ +1 ਕਲਾਸ ਦੀ ਹਿਸਟਰੀ, ਜੋ ਕਿ ਮਾਡਰਨ ਪਬਲੀਕੇਸ਼ਨ ਵੱਲੋਂ ਛਾਪੀ ਜਾਂਦੀ ਆ, ਮਾਡਰਨਸ ABC ਆਫ ਹਿਸਟਰੀ ਇਹ ਨਾਮ ਹੈ ਇਹਦਾ। ਸਰਦਾਰ ਭਗਤ ਸਿੰਘ ਦੀ ਫੋਟੋ ਛਪੀ ਹੋਈ ਆ ਉਹਦੇ ਉੱਪਰ, ਉਹ ਬੁੱਕ ਤੁਸੀਂ ਯੂਜ਼ ਕਰਨੀ ਹੈਗੀ ਆ, ਸੋ ਦੈਟ ਕਿ ਜੋ ਪੰਜਾਬ ਸਪੈਸੀਫਿਕ ਪਾਰਟ ਤੁਹਾਡਾ ਹੈਗਾ ਉਹ ਇਸ ਤੋਂ ਕਵਰ ਹੋ ਸਕੇ। ਇਸ ਤੋਂ ਇਲਾਵਾ ਜੇਕਰ ਤੁਸੀਂ ਜੋ ਸੋਸ਼ਲ ਰਿਫੋਰਮ ਮੂਵਮੈਂਟਸ ਆ ਉਹਨਾਂ ਨੂੰ ਹੋਰ ਡੀਪਲੀ ਕਰਨਾ ਚਾਹੁੰਦੇ ਹੋ, ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈਗਾ, ਇੱਕ ਡਾਕਟਰ AC ਅਰੋੜਾ ਦੀ ਬੁੱਕ ਆਉਂਦੀ ਹੈ, ਡਾਕਟਰ AC ਅਰੋੜਾ ਦੀ ਬੁੱਕ ਆਉਂਦੀ ਹੈਗੀ ਹੈ ਪੰਜਾਬ ਦਾ ਇਤਿਹਾਸ, ਪੰਜਾਬ ਦਾ ਇਤਿਹਾਸ। ਇਹ ਬੁੱਕ ਪੰਜਾਬੀ ਯੂਨੀਵਰਸਿਟੀ ਦੀ BA ਕਲਾਸ ਨੂੰ ਪੜ੍ਹਾਈ ਜਾਂਦੀ ਹੈ, ਠੀਕ ਹੈ। ਸਪੈਸੀਫਿਕਲੀ ਇਹ ਪੜ੍ਹਾਈ ਜਾਂਦੀ ਹੈਗੀ ਆ 3rd ਈਅਰ ਨੂੰ, 3rd ਈਅਰ ਔਰ 6th ਸਮੈਸਟਰ ਨੂੰ। ਸੋ ਤੁਸੀਂ ਇਹ ਬੁੱਕ ਵੀ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਜੋ ਸੋਸ਼ਲ ਰਿਫੋਰਮ ਮੂਵਮੈਂਟਸ ਹੈਗੀਆਂ ਨੇ ਉਹਨਾਂ ਨੂੰ ਹੋਰ ਡੀਪਲੀ ਕਰਨਾ ਚਾਹੁੰਦੇ ਹੋ, ਜਾਂ ਪਰਸਨੈਲਿਟੀਜ਼ ਨੂੰ, ਜਿਵੇਂ ਭਗਤ ਸਿੰਘ ਹੋ ਗਿਆ, ਉਹਨਾਂ ਬਾਰੇ ਹੋਰ ਡੀਪਲੀ ਕਰਨਾ ਚਾਹੁੰਦੇ ਤਾਂ ਤੁਸੀਂ ਇੱਥੋਂ ਇਸ ਬੁੱਕ ਨੂੰ ਯੂਜ਼ ਕਰ ਸਕਦੇ ਹੋ, ਠੀਕ ਹੈ। ਇਹਨਾਂ ਦੋਨਾਂ ਸੋਰਸਿਸ ਨੂੰ ਤੁਸੀਂ ਯੂਜ਼ ਕਰਨਾ, ਸਪੈਕਟਰਮ ਬੁੱਕ ਔਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜੋ +1 ਕਲਾਸ ਦੀ ਹਿਸਟਰੀ ਬੁੱਕ ਆ ਉਹ ਯੂਜ਼ ਕਰ ਲਿਓ। ਔਰ ਹੋਰ ਡੀਪ ਸਟੱਡੀ ਦੇ ਲਈ ਤੁਸੀਂ ਡਾਕਟਰ AC ਅਰੋੜਾ ਔਰ ਡਾਕਟਰ ਅੰਜੂ ਸੂਰੀ ਦੀ ਬੁੱਕ ਪੰਜਾਬ ਦਾ ਇਤਿਹਾਸ, ਜੋ ਕਿ BA ਦੀ 3rd ਈਅਰ ਨੂੰ ਪੜ੍ਹਾਈ ਜਾਂਦੀ ਹੈ, ਠੀਕ ਹੈ। ਨਾਓ ਅੱਗੇ ਹੁਣ ਆਪਾਂ ਦੇਖਦੇ ਹੈਗੇ ਆ ਪੋਸਟ ਇੰਡੀਪੈਂਡੈਂਸ। ਦੇਖੋ ਨੈਕਸਟ ਕੰਪੋਨੈਂਟ ਆਪਣਾ ਆ ਗਿਆ ਪੋਸਟ ਇੰਡੀਪੈਂਡੈਂਸ ਕੰਸੋਲੀਡੇਸ਼ਨ ਐਂਡ ਰੀਆਰਗਨਾਈਜੇਸ਼ਨ ਵਿਦਨ ਦਾ ਕੰਟਰੀ। ਇਹਦੇ ਲਈ ਤੁਸੀਂ ਕੀ ਕਰਨਾ ਹੈਗਾ, ਵਿਜ਼ਨ IAS ਦੇ ਨੋਟਸ ਯੂਜ਼ ਕਰਨੇ ਆ, ਬਹੁਤ ਵਧੀਆ ਨੋਟਸ ਨੇ, ਇਹਨਾਂ ਦੇ ਉੱਪਰ ਤੁਸੀਂ ਰਿਲਾਈ ਕਰ ਸਕਦੇ ਹੋ, ਠੀਕ ਹੈ। ਇਹ ਵੀ ਫ੍ਰੀ ਦੇ ਵਿੱਚ ਅਵੇਲੇਬਲ ਨੇ ਉਹੀ ਸਾਈਟ ਦੇ ਉੱਪਰ, UPSC ਫ੍ਰੀ ਮਟੀਰੀਅਲ ਆਰਗੇਨਾਈਜੇਸ਼ਨ ਸਾਈਟ ਦੇ ਉੱਪਰ। ਜਾਂ ਤੁਸੀਂ ਜੇਕਰ ਆਪਣੇ ਪਰਸਨਲ ਨੋਟਸ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ, ਤੁਸੀਂ ਗੂਗਲ ਪਰ ਸਰਚ ਕਰਨਾ ਪੋਸਟ ਇੰਡੀਪੈਂਡੈਂਸ ਕੰਸੋਲੀਡੇਸ਼ਨ ਐਂਡ ਰੀਆਰਗਨਾਈਜੇਸ਼ਨ, ਪਿੱਛੇ UPSC ਪਾ ਲੈਣਾ। ਕਾਫੀ 2-3 ਸਾਈਟਾਂ ਜਿਹੜੀਆਂ ਉੱਪਰਲੀਆਂ ਆਉਣਗੀਆਂ, ਉਹਨਾਂ 'ਚੋਂ ਕਿਸੇ ਵੀ ਇੱਕ ਦੇ ਤੁਸੀਂ ਕਲਿੱਕ ਕਰਕੇ ਉੱਥੋਂ ਆਪਦੇ ਨੋਟਸ ਜਿਹੜੇ ਹੈਗੇ ਉਹ ਤਿਆਰ ਕਰ ਲੈਣੇ। ਨੈਕਸਟ ਹੈਗਾ ਹਿਸਟਰੀ ਆਫ ਪੰਜਾਬ। ਹਿਸਟਰੀ ਆਫ ਪੰਜਾਬ ਦੇ ਵਿੱਚ ਦੇਖੋ ਕੀ ਆ, 2 ਚੀਜ਼ਾਂ ਦਿੱਤੀਆਂ ਹੋਈਆਂ ਇਹਨਾਂ ਨੇ। ਰਣਜੀਤ ਸਿੰਘ ਬਾਰੇ ਇੱਕ ਤਾਂ ਕੰਪੋਨੈਂਟ ਹੈਗਾ, ਸੈਕਿੰਡ ਹੈਗਾ ਆਪਣੇ ਕੋਲੇ ਐਂਗਲੋ ਸਿੱਖ ਵਾਰ ਬਾਰੇ। ਮੋਸਟਲੀ ਜਿਹੜੇ ਕੁਐਸਚਨ ਪੰਜਾਬ PCS ਦੇ ਵਿੱਚ ਰੀਸੈਂਟ ਈਅਰ ਦੇ ਵਿੱਚ ਆਏ ਆ, ਪਿਛਲੇ 3 PCS ਦੇ ਵਿੱਚ, ਉਹ ਮਹਾਰਾਜਾ ਰਣਜੀਤ ਸਿੰਘ ਬਾਰੇ ਆਏ ਆ। ਉਹਦੇ ਲਈ ਤੁਸੀਂ ਕੀ ਕਰਨਾ ਹੈਗਾ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ +2 ਕਲਾਸ ਦੀ ਹਿਸਟਰੀ ਬੁੱਕ ਆ ਉਹ ਯੂਜ਼ ਕਰਨੀ ਹੈਗੇ। ਇਹ ਵੀ ਮਾਡਰਨ ਪਬਲੀਕੇਸ਼ਨ ਦੀ ਬੁੱਕ ਆ, ਠੀਕ ਹੈ। ਮੈਂ ਬੁੱਕ ਕਹਿ ਰਿਹਾ, ਵੈਸੇ ਗਾਈਡ ਹੈ ਇਹ, ਠੀਕ ਹੈ। ਮਾਡਰਨਸ ABC ਆਫ ਹਿਸਟਰੀ, ਠੀਕ ਹੈ। ਸੋ ਇਸ ਬੁੱਕ ਦੇ ਵਿੱਚ ਕੀ ਹੋਊਗਾ, ਤੁਹਾਨੂੰ ਜਿਹੜੇ ਕੁਐਸਚਨ ਮਿਲਣਗੇ ਨਾ ਉਹ ਪੁਆਇੰਟ ਦੀ ਫਾਰਮ ਦੇ ਵਿੱਚ ਮਿਲਣਗੇ, ਬਿਲਕੁਲ ਉਸੇ ਤਰ੍ਹਾਂ ਹੀ, ਮਤਲਬ ਕਿ ਨੋਟਸ ਦੀ ਫਾਰਮ ਦੇ ਵਿੱਚ ਕੁਐਸਚਨ ਹੈਗੇ ਆ, ਉਹ ਆਨਸਰ ਦਿੱਤਾ ਹੋਇਆ ਉਹਨਾਂ ਨੇ, ਉਹੀ ਤੁਸੀਂ ਚੇਪ ਦੇਣੇ ਹੈਗੇ ਆਪਦੇ ਪੇਪਰ ਦੇ ਵਿੱਚ, ਕਿਉਂਕਿ ਹੂਬਹੂ ਉਸੇ ਤਰ੍ਹਾਂ ਹੀ ਜਿਹੜੇ ਕੁਐਸਚਨ ਆ ਉਹ ਪੰਜਾਬ PCS ਦੇ ਵਿੱਚ ਆਉਂਦੇ ਹੈਗੇ ਆ। ਤਾਂ ਇਹ ਤੋਂ ਬਾਹਰ ਤੁਹਾਨੂੰ ਹੋਰ ਕੋਈ ਵੀ ਰਿਸੋਰਸ ਜਿਹੜਾ ਹੈਗਾ ਉਹ ਫੋਲੋ ਕਰਨ ਦੀ ਜ਼ਰੂਰਤ ਨਹੀਂ ਪੈਣੀ। ਮਹਾਰਾਜਾ ਰਣਜੀਤ ਸਿੰਘ ਦਾ ਟੋਪਿਕ ਵੀ ਬਹੁਤ ਵਧੀਆ ਵੇ ਨਾਲ ਇਹਨਾਂ ਨੇ ਦਿੱਤਾ ਹੋਇਆ, ਐਂਡ ਐਂਗਲੋ ਸਿੱਖ ਵਾਰਸ ਦਾ ਜਿਹੜਾ ਟੋਪਿਕ ਆ ਉਹ ਵੀ ਇਸ ਬੁੱਕ ਦੇ ਵਿੱਚ ਬਹੁਤ ਵਧੀਆ ਵੇ ਨਾਲ ਦਿੱਤਾ ਹੋਇਆ। ਨੈਕਸਟ ਵਨ ਆ ਗਿਆ ਜੀ ਜੋਗਰਾਫੀ। ਜੋਗਰਾਫੀ ਕੰਪੋਨੈਂਟ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ 2 ਪਾਰਟਸ ਵਿੱਚ ਡਿਵਾਈਡ ਕੀਤਾ ਹੋਇਆ, ਇੰਡੀਆ ਪਲੱਸ ਪੰਜਾਬ ਦੀ ਜੋਗਰਾਫੀ, ਠੀਕ ਹੈ।
ਸੋ ਜੋ ਜੋਗਰਾਫੀ ਦੇ ਕੁਐਸਚਨਸ ਪੁੱਛੇ ਜਾਂਦੇ ਆ ਉਹ ਮਿਕਸਅਪ ਹੁੰਦੇ ਆ, ਉਹ ਸਟੈਟਿਕ ਪੋਰਸ਼ਨ ਦੇ ਵਿੱਚੋਂ ਵੀ ਕੁਐਸਚਨ ਪੁੱਛੇ ਜਾਂਦੇ ਆ, ਪਲੱਸ ਕਰੰਟ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ। ਮੋਸਟਲੀ ਜਿਹੜੇ ਕੁਐਸਚਨ ਹੁੰਦੇ ਆ ਦੋਜ਼ ਆਰ ਫਰੋਮ ਸਟੈਟਿਕ ਪੋਰਸ਼ਨ। ਆਪਾਂ ਨੂੰ ਸਾਈਕਲੋਨਸ ਬਾਰੇ ਪੁੱਛਦੇ ਆ, ਠੀਕ ਹੈ ਨਾ, ਆਪਾਂ ਨੂੰ ਫੋਲਟਿੰਗ ਬਾਰੇ ਪੁੱਛ ਲੈਂਦੇ ਆ, ਜਾਂ ਆਪਾਂ ਨੂੰ ਜੋ ਅਰਥ ਦੀ ਮੈਂਟਲ ਕੋਰ ਆ ਉਹਦੇ ਬਾਰੇ ਪੰਜਾਬ PCS ਵਿੱਚ ਕੁਐਸਚਨ ਆਇਆ। ਮੀਨਸ ਕਿ ਬੇਸਿਕ ਕੁਐਸਚਨਸ ਨੇ, ਐਂਡ ਇਹ ਸਾਰੇ ਜਿਹੜੇ ਬੇਸਿਕ ਕੁਐਸਚਨਸ ਹੈਗੇ ਆ these get covered from NCERTs। +1 ਐਂਡ +2 ਦੀਆਂ ਜਿਹੜੀਆਂ NCERTs ਆ ਉਹ ਤੋਂ ਇਹ ਕੁਐਸਚਨ ਕਵਰ ਹੋ ਜਾਣਗੇ। ਨਾਓ ਹੁਣ ਤੁਹਾਨੂੰ ਪਤਾ ਕਿਵੇਂ ਲੱਗੂਗਾ ਕਿ ਅਸੀਂ ਨੋਟਸ ਕਿਸ ਟਾਈਪ ਦੇ ਬਣਾਉਣੇ ਆ। PYQ ਦੇਖੋ, PCS ਦੇ ਵੀ ਦੇਖੋ, ਪਲੱਸ UPSC ਦੇ ਵੀ ਦੇਖੋ, ਸੋ ਦੈਟ ਕਿ ਯੂ ਕੈਨ ਹੈਵ ਐਨ ਆਈਡੀਆ ਕਿ ਸਾਨੂੰ ਕਿਸ ਟਾਈਪ ਦੇ ਕੁਐਸਚਨ ਜਿਹੜੇ ਉਹ ਪੁੱਛੇ ਜਾਣਗੇ, ਠੀਕ ਹੈ। ਬਿਕੋਜ਼ PCS ਦੇ ਵਿੱਚ ਕੀ ਹੁੰਦਾ, ਆਪਾਂ ਨੂੰ ਜਿਵੇਂ ਵੈਸੇ ਤਾਂ 15 ਮਾਰਕਰ ਕੁਐਸਚਨ ਪੁੱਛਿਆ ਜਾਂਦਾ, ਸਮਟਾਈਮਸ ਕੀ ਹੁੰਦਾ 5 ਮਾਰਕਰ ਕੁਐਸਚਨ ਪੁੱਛ ਲੈਂਦੇ। ਟੋਟਲ ਜਿਹੜਾ ਸਾਰਾ ਕੁਐਸਚਨ ਉਹ 20 ਨੰਬਰ ਦਾ ਹੁੰਦਾ, ਲੇਕਿਨ 5 ਮਾਰਕਰ 4 ਕੁਐਸਚਨ ਪੁੱਛ ਲੈਂਦੇ ਆ। ਉਹਨਾਂ 'ਚ ਆਪਾਂ ਨੂੰ ਇਹ ਪੁੱਛ ਲੈਣਗੇ ਵਟ ਇਜ਼ ਫੋਲਟਿੰਗ, ਮੀਨਸ ਕਿ ਬਿਲਕੁਲ ਬੇਸਿਕ ਕੁਐਸਚਨ ਪੁੱਛੇ ਜਾਂਦੇ ਆ। ਸੋ ਇਸ ਕਰਕੇ ਆਪਾਂ ਇਹਨਾਂ ਸਾਰੇ ਜਿਹੜੇ ਆਪਣੇ ਕੌਨਸੈਪਟਸ ਹੈਗੇ ਨਾ ਉਹਨਾਂ ਨੂੰ ਕਲੀਅਰ ਕਰਨਾ ਹੈਗਾ, ਸੋ ਦੈਟ ਕਿ ਜੇਕਰ ਉਹਨਾਂ 'ਚ ਕੁਐਸਚਨ ਕੋਈ ਆ ਜਾਂਦਾ ਤਾਂ ਉਹ ਕੁਐਸਚਨ ਆਪਾਂ ਈਜ਼ੀਲੀ ਅਟੈਂਪਟ ਕਰ ਸਕੀਏ। ਜਿਵੇਂ ਜਿਹੜਾ ਮੈਂ ਤੁਹਾਨੂੰ ਫੋਲਟਿੰਗ ਦੀ ਗੱਲ ਕਰ ਰਿਹਾ, ਇਹ ਕੁਐਸਚਨ ਜੋ 2021 ਦਾ ਮੇਨ ਸੈਸ਼ਨ 'ਚ ਪੁੱਛਿਆ ਜਾ ਚੁੱਕਿਆ, ਠੀਕ ਹੈ। ਸੋ +1 ਐਂਡ +2 ਦੀ NCERTs ਤੋਂ ਇਹ ਚੀਜ਼ਾਂ ਕਵਰ ਹੋ ਜਾਣੀਆਂ। ਪਲੱਸ ਜੋਗਰਾਫੀ ਦੇ ਵਿੱਚ ਕਰੰਟ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਆ। ਲਾਈਕ ਉਦੋਂ ਕੀ ਹੋਇਆ ਸੀਗਾ, ਜਦੋਂ 2021 ਦਾ PCS ਹੋਇਆ ਸੀਗਾ, ਉਦੋਂ ਲੈਂਡਸਲਾਈਡ ਜਿਹੜੇ ਕੇਰਲਾ ਦੇ ਵਿੱਚ ਹੋਈ ਸੀ, ਤਾਂ ਲੈਂਡਸਲਾਈਡ ਉੱਪਰ ਬੇਸਡ ਕੁਐਸਚਨ ਹੀ ਪੇਪਰ ਦੇ ਵਿੱਚ ਆ ਗਿਆ ਸੀ। ਸਿਮਿਲਰਲੀ ਹੁਣ ਆਪਾਂ ਨੂੰ ਪਤਾ ਕਿ ਪਿੱਛੇ ਜੇ ਹੁਣ ਕਾਫੀ ਜੋ ਨਿਊਜ਼ ਦੇ ਵਿੱਚ ਰਿਹਾ ਸੀਗਾ, ਠੀਕ ਹੈ ਨਾ, ਲੈਂਡ ਐਲੀਵੇਟ ਹੋਈ ਆ, ਕਰੈਕਸ ਆਏ ਸੀ ਉੱਤਰਾਖੰਡ ਦੇ ਵਿੱਚ ਮਕਾਨਾਂ ਦੇ ਵਿੱਚ। ਸੋ ਉਸ ਟਾਈਪ ਜਿਹੜੇ ਇਸ਼ੂ ਆ ਉਹ ਕਰੰਟ ਇਸ਼ੂ ਆ, ਲੇਕਿਨ ਉਹ ਕਰੰਟ ਇਸ਼ੂ ਤਾਂ ਹੀ ਕਵਰ ਹੋਣਗੇ ਜੇਕਰ ਆਪਾਂ ਨੂੰ ਜਿਹੜਾ ਇਹਦਾ ਸਟੈਟ ਪੋਰਸ਼ਨ ਆ ਉਹ ਆਪਾਂ ਨੂੰ ਚੰਗੀ ਤਰ੍ਹਾਂ ਕਲੀਅਰ ਹੋਊਗਾ, ਠੀਕ ਹੈ। ਸੋ ਜਿਹੜਾ ਇਹ ਕਰੰਟ ਪੋਰਸ਼ਨ ਆ ਉਹ ਤੁਹਾਡਾ ਵਿਜ਼ਨ IAS ਤੋਂ ਕਵਰ ਹੋ ਜਾਣਾ। ਵਿਜ਼ਨ IAS ਦਾ ਜੋ ਇਨਵਾਇਰਮੈਂਟ ਕੰਪੋਨੈਂਟ ਹੁੰਦਾ ਨਾ, ਉਹਦੇ ਵਿੱਚ ਅਰਥਕੁਐਕ ਬਾਰੇ ਵੀ ਵਧੀਆ ਵੇ ਨਾਲ ਸਾਰਾ ਕੰਪੋਨੈਂਟ ਕਲੀਅਰ ਕੀਤਾ ਹੁੰਦਾ ਉਹਨਾਂ ਨੇ। ਜਿਵੇਂ ਕੋਈ ਸੁਨਾਮੀ ਬਾਰੇ ਆ ਗਿਆ ਤਾਂ ਉਹ ਵੀ ਵਧੀਆ ਉਹਨਾਂ ਨੇ ਸਾਰਾ ਕਲੈਰਿਟੀ ਦਿੱਤੀ ਹੋਊਗੀ ਵੀ ਇਹਦੇ ਕੀ ਕੋਜ਼ਸ ਆ। ਕਰੰਟ ਨੂੰ ਤਾਂ ਕਵਰ ਕੀਤਾ ਹੀ ਕੀਤਾ ਹੋਊਗਾ, ਲੇਕਿਨ ਜਿਹੜਾ ਉਹਦੀਆਂ ਬੇਸਿਕ ਚੀਜ਼ਾਂ ਨੇ ਉਹ ਵੀ ਕਵਰ ਕੀਤੀਆਂ ਹੁੰਦੀਆਂ, ਠੀਕ ਹੈ ਨਾ। ਸੋ ਕਰੰਟ ਪੋਰਸ਼ਨ ਦੇ ਲਈ ਯੂ ਕੈਨ ਰਿਲਾਈ ਅਪੋਨ ਵਿਜ਼ਨ IAS ਮੰਥਲੀ, ਠੀਕ ਹੈ ਜੀ। ਇੱਕ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਕਿ ਜੋ ਕਰੰਟ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ, ਆਪਦੇ ਆਪ ਨੂੰ ਉਹਨਾਂ ਬਾਰੇ ਜਾਣੂ ਕਰਵਾਉਂਦੇ ਰਹਿਣਾ ਹੈਗਾ। ਇਹ ਚੀਜ਼ਾਂ ਜੋ ਕਰੰਟ ਦੇ ਵਿੱਚ ਹੋ ਰਹੀਆਂ ਉਹ ਇਹ ਤੁਹਾਨੂੰ ਨਿਊਜ਼ਪੇਪਰ ਦੇ ਪਤਾ ਲੱਗਦੀਆਂ ਰਹਿਣਗੀਆਂ। ਨਿਊਜ਼ਪੇਪਰ ਆਪਾਂ ਮੇਨਸ ਦੇ ਲਈ ਜ਼ਰੂਰ ਪੜ੍ਹਨਾ ਹੈਗਾ। ਬੇਸ਼ੱਕ ਤੁਸੀਂ ਨੋਟਸ ਨਾ ਬਣਾਓ, ਠੀਕ ਹੈ ਨਾ, ਨੋਟਸ ਬਣਾਉਣਾ ਨਾ ਬਣਾਉਣਾ ਇਹ ਤੁਹਾਡੀ ਆਪਣੀ ਪਰਸਨਲ ਵਿਲ ਆ, ਲੇਕਿਨ ਨਿਊਜ਼ਪੇਪਰ ਪੜ੍ਹਨਾ ਜ਼ਰੂਰ ਹੈਗਾ, ਸੋ ਦੈਟ ਕਿ ਤੁਸੀਂ ਪਤਾ ਲਗਾ ਸਕੋ ਕਿਹੜੀਆਂ ਚੀਜ਼ਾਂ ਨਿਊਜ਼ ਦੇ ਵਿੱਚ ਹੈਗੀਆਂ, ਐਂਡ ਤੁਸੀਂ ਉਹਨਾਂ ਨੂੰ ਕਵਰ ਕਰਨਾ ਹੈਗਾ ਮੇਨਸ ਦੇ ਪੁਆਇੰਟ ਆਫ ਵਿਊ ਤੋਂ। ਨੈਕਸਟ ਵਨ ਹੈਗਾ ਜੀ ਜੋਗਰਾਫੀ ਆਫ ਪੰਜਾਬ। ਜੋਗਰਾਫੀ ਆਫ ਪੰਜਾਬ ਦੇ ਵਿੱਚ ਦੇਖੋ ਕੀ ਹੈ, ਜਿਓਮੋਰਫਿਕ ਫੀਚਰਸ ਆਫ ਪੰਜਾਬ ਆ ਗਿਆ, ਠੀਕ ਹੈ ਨਾ। ਪੰਜਾਬ ਸਟ੍ਰੈਟੇਜਿਕ ਲੋਕੇਸ਼ਨ ਵਿਦ ਰੈਫਰੈਂਸ ਟੂ ਇੰਟਰਨੈਸ਼ਨਲ ਬਾਰਡਰ, ਐਂਡ ਅੱਗੇ 2 ਕ੍ਰੌਪਸ ਆਫ ਪੰਜਾਬ, ਮੋਡਰਨ ਕੌਨਸੈਪਟਸ ਆਫ ਫਾਰਮਿੰਗ ਐਂਡ ਵੇਰੀਅਸ ਪ੍ਰੋਬਲਮਸ ਫੇਸਡ ਬਾਈ ਐਗਰੀਕਲਚਰਿਸਟ ਐਂਡ ਇਸ਼ੂਜ਼ ਇਨ ਐਗਰੀਕਲਚਰ। ਹੁਣ ਦੇਖੋ ਜੋ ਇਸ਼ੂਜ਼ ਇਨ ਐਗਰੀਕਲਚਰ ਆ ਇਹ ਚੀਜ਼ਾਂ ਆਪਣੇ ਕਰੰਟ ਦੇ ਵਿੱਚ ਕਵਰ ਹੋ ਜਾਂਦੀਆਂ, ਜਾਂ ਜੋ ਆਪਾਂ ਐਗਰੀਕਲਚਰ ਪੋਰਸ਼ਨ ਕਰਦੇ ਹਾਂ ਉੱਥੋਂ ਕਵਰ ਹੋ ਜਾਂਦੀਆਂ ਇਹ ਚੀਜ਼ਾਂ, ਠੀਕ ਹੈ ਨਾ। ਡਿਪਲੀਸ਼ਨ ਆਫ ਗਰਾਊਂਡ ਵਾਟਰ ਹੋ ਗਿਆ, ਇਹ ਚੀਜ਼ਾਂ ਵੀ ਕਰੰਟ ਦੇ ਵਿੱਚ ਕਵਰ ਹੋ ਜਾਂਦੀਆਂ। ਲੇਕਿਨ ਜੋ ਆ ਪੰਜਾਬ ਦੇ ਜੋਗਰਾਫੀ ਵਾਲਾ ਪਾਰਟ ਆ ਇਹਦੇ ਲਈ ਤੁਸੀਂ ਕੀ ਕਰਨੀ ਹੈਗੀ, ਇੱਕ ਬੁੱਕ ਯੂਜ਼ ਕਰਨੀ ਹੈਗੀ ਆ ਜਸਪਾਲ ਸਿੰਘ ਦੀ ਪੰਜਾਬ ਦਾ ਭੂਗੋਲ। ਇਹ ਪੰਜਾਬੀ ਯੂਨੀਵਰਸਿਟੀ ਦੀ BA ਕਲਾਸ ਨੂੰ ਪੜ੍ਹਾਈ ਜਾਂਦੀ ਹੈ, ਵਧੀਆ ਬੁੱਕ ਹੈਗੀ ਇਹ, ਵਧੀਆ ਵੇ ਇਹਨਾਂ ਨੇ ਪੰਜਾਬ ਦੀ ਜੋਗਰਾਫੀ ਨੂੰ ਕਵਰ ਕੀਤਾ ਹੋਇਆ। ਯੂ ਕੈਨ ਰਿਲਾਈ ਅਪੋਨ, ਇਹਦੇ ਉੱਪਰ ਤੁਸੀਂ ਰਿਲਾਈ ਕਰ ਸਕਦੇ ਹੋ। ਐਂਡ ਜੋ ਆਹ ਚੀਜ਼ਾਂ ਹੈਗੀਆਂ ਇਹਨਾਂ ਤੋਂ ਅਸੀਂ ਆਪਣੇ ਆਪ ਨੋਟਸ ਬਣਾਉਣਾ ਹੈਗਾ ਗੂਗਲ ਸਰਚ ਕਰਕੇ, ਠੀਕ ਹੈ ਨਾ। ਜਿਵੇਂ ਮੋਡਰਨ ਕੌਨਸੈਪਟ ਆਫ ਫਾਰਮਿੰਗ ਹੋ ਗਿਆ, ਇਹਦੇ ਵਿੱਚ ਦੇਖੋ ਜਿਵੇਂ ਪੰਜਾਬ ਦੇ ਵਿੱਚ ਕਿਹੜੀਆਂ ਮੋਡਰਨ ਕੌਨਸੈਪਟ ਗਵਰਨਮੈਂਟ ਵੱਲੋਂ ਲਿਆਂਦੇ ਜਾ ਰਹੇ ਆ, ਠੀਕ ਹੈ ਨਾ। ਜਿਹੜੇ ਪੰਜਾਬ ਗਵਰਨਮੈਂਟ ਦੇ ਇਨੀਸ਼ੀਏਟਿਵ ਹੈਗੇ ਆ ਉਹ ਸਾਰੇ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ, ਉਹਨਾਂ ਦੇ ਆਪ ਨੋਟਸ ਬਣਾਉਣੇ ਹੈਗੇ ਆ ਤੁਸੀਂ ਗੂਗਲ ਪਰ ਸਰਚ ਕਰਕੇ, ਠੀਕ ਹੈ। ਨੈਕਸਟ ਵਨ ਹੈਗਾ ਜੀ ਸੁਸਾਇਟੀ, ਲਾਸਟ ਪਾਰਟ ਹੈ ਆਪਣਾ। ਸੁਸਾਇਟੀ ਦੇ ਲਈ ਦੇਖੋ ਆਪਾਂ ਕੀ ਕਰਨਾ ਹੈਗਾ, ਵਾਜੀਰਾਮ ਇੱਕ ਕਾਫੀ ਪ੍ਰੋਮੀਨੈਂਟ ਇੰਸਟੀਚਿਊਟ ਹੈਗਾ, ਉਹਨਾਂ ਵੱਲੋਂ ਯੈਲੋ ਬੁੱਕਸ ਪਬਲਿਸ਼ ਕੀਤੀਆਂ ਜਾਂਦੀਆਂ। ਜੋ ਵਾਜੀਰਾਮ ਦੀ ਸੁਸਾਇਟੀ ਲਈ ਯੈਲੋ ਬੁੱਕ ਆ ਤੁਸੀਂ ਉਹ ਯੂਜ਼ ਕਰਨੀ ਹੈਗੀ ਆ, ਵਧੀਆ ਬੁੱਕ ਹੈਗੀ ਆ ਉਹ, ਠੀਕ ਹੈ।
ਯੂ ਕੈਨ ਰਿਲਾਈ ਅਪੋਨ ਦੈਟ ਬੁੱਕ। ਔਰ ਜੇਕਰ ਤੁਸੀਂ ਅਦਰ ਕੋਈ ਸੋਰਸ ਯੂਜ਼ ਕਰ ਰਹੇ ਹੋ ਜਾਂ ਲਾਈਕ ਹੁਣ ਅੱਜ ਕੱਲ੍ਹ ਕੀ ਆ ਓਨਲੀ IAS ਦੇ ਵੱਲੋਂ ਵੀ ਕਾਫੀ ਵਧੀਆ ਜਿਹੜੇ ਨੋਟਸ ਆ ਪ੍ਰੋਵਾਈਡ ਕੀਤੇ ਜਾ ਰਹੇ ਆ। ਸੋ ਓਨਲੀ IAS ਦੇ ਨੋਟਸ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਲੇਕਿਨ ਮੈਂ ਰਿਕਮੈਂਡ ਕਰੂੰਗਾ ਵਾਜੀ ਰਾਮ ਦੀ ਜੋ ਯੈਲੋ ਬੁੱਕ ਉਹ ਤੁਸੀਂ ਯੂਜ਼ ਕਰੋ, ਠੀਕ ਹੈ। ਐਂਡ ਨੈਕਸਟ ਹੈਗਾ ਜੀ ਐਥਿਕਸ। ਦੇਖੋ ਐਥਿਕਸ ਪਾਰਟ ਜਿਹੜਾ ਹੈਗਾ ਇਹਨਾਂ ਨੇ GS1 ਦੇ ਵਿੱਚ ਵੀ ਦਿੱਤਾ ਹੋਇਆ। ਐਂਡ ਅੱਗੇ ਜਾ ਕੇ ਆਪਾਂ ਨੇ ਜੋ ਆਪਣੇ ਡਾਇਲਮਾਸ ਆਉਂਦੇ ਆ, ਠੀਕ ਹੈ ਨਾ, ਜੋ ਆਪਣੇ ਕੋਲ ਕੁਐਸਚਨ ਪੁੱਛੇ ਜਾਂਦੇ ਆ, ਉਹ GS4 ਦੇ ਵਿੱਚ ਵੀ ਕਵਰ ਕੀਤਾ ਗਿਆ ਇਹਨਾਂ ਦੇ ਵੱਲੋਂ। ਤਾਂ ਐਥਿਕਸ ਪਾਰਟ ਨੂੰ ਸੈਗਰੀਗੇਟ ਕਰਕੇ ਪੁੱਛਿਆ ਗਿਆ ਇਹਨਾਂ ਦੇ ਵੱਲੋਂ ਪੰਜਾਬ PCS ਦੇ ਵਿੱਚ। ਸੋ ਪੰਜਾਬ PCS ਦੇ ਲਈ ਐਥਿਕਸ ਦੇ ਲਈ ਤੁਸੀਂ ਈਦਰ ਲੈਕਸੀਕਨ ਬੁੱਕ ਯੂਜ਼ ਕਰ ਸਕਦੇ ਹੋ ਕਨਸੈਪਟ ਕਲੈਰਿਟੀ ਦੇ ਲਈ, ਠੀਕ ਹੈ, ਜਾਂ ਤੁਸੀਂ ਲੁਕਮਨ IAS ਆ, ਇਹਨਾਂ ਦੇ ਜੋ ਐਥਿਕਸ ਦੇ ਨੋਟਸ ਆ ਇਹ ਵੀ ਵਧੀਆ ਨੋਟਸ ਨੇ, ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਐਂਡ ਲਾਸਟ ਵਨ ਹੈਗਾ ਜੀ ਆਪਣਾ ਵਲਨਰੇਬਲ ਸੈਕਸ਼ਨਸ ਆਫ ਦ ਪਾਪੂਲੇਸ਼ਨ। ਜਿਹੜੇ ਇਹ ਦੋਨੇ ਟੋਪਿਕ ਆ ਦੀਜ਼ ਆਰ ਕਰੰਟ ਓਰੀਐਂਟਡ, ਇਹ ਕਰੰਟ ਓਰੀਐਂਟਡ ਹੈਗੇ। ਦੇਖੋ ਜੋ ਵਲਨਰੇਬਲ ਸੈਕਸ਼ਨਸ ਆਫ ਦ ਪਾਪੂਲੇਸ਼ਨ ਆ, ਇਹਨਾਂ 'ਚ ਦੇਖੋ ਕੀ ਆ ਜਾਂਦੇ ਆ, ਚਿਲਡਰਨ ਆ ਜਾਂਦੇ ਆ, ਜੋ ਓਲਡ ਏਜ ਆ ਉਹ ਆ ਜਾਂਦੇ ਆ, ਵਿਮਨ ਆ ਜਾਂਦੀਆਂ ਨੇ, ਠੀਕ ਹੈ ਨਾ, ਡਿਸੇਬਲ ਆ ਜਾਂਦੇ ਆ, LGBTQ ਕਮਿਊਨਿਟੀ ਆ ਜਾਂਦੀ ਹੈ, ਸਾਰੇ ਆ ਜਾਂਦੇ ਆ। ਸੋ ਜੋ ਇਹਨਾਂ ਦੇ ਲਈ ਗਵਰਨਮੈਂਟ ਵੱਲੋਂ ਸਕੀਮਸ ਲਾਈਆਂ ਗਈਆਂ ਨੇ ਸੈਂਟਰ ਦੇ ਵੱਲੋਂ ਐਂਡ ਪੰਜਾਬ ਦੇ ਵੱਲੋਂ। ਦੇਖੋ ਜੋ ਸੈਂਟਰ ਦੀਆਂ ਸਕੀਮਸ ਆ ਉਹ ਆਪਾਂ ਵਿਜ਼ਨ IAS ਦੀ ਜੋ ਕੰਪਾਈਲੇਸ਼ਨ ਆ ਉੱਥੋਂ ਆਪਾਂ ਚੱਕ ਸਕਦੇ ਹਾਂ, ਠੀਕ ਹੈ। ਐਂਡ ਜੋ ਪੰਜਾਬ ਦੀਆਂ ਸਕੀਮਸ ਹੈਗੀਆਂ ਉਹ ਆਪਾਂ ਨੂੰ ਕਿੱਥੋਂ ਪਤਾ ਲੱਗਦੀਆਂ, ਇਕੋਨੋਮਿਕ ਸਰਵੇ ਤੋਂ। ਸੋ ਇਕੋਨੋਮਿਕ ਸਰਵੇ ਮੈਂ ਕਵਰ ਕੀਤਾ ਹੋਇਆ, ਉੱਥੋਂ ਵੀ ਆਪਾਂ ਜੋ ਸਕੀਮਸ ਹੈਗੀਆਂ ਉਹ ਉੱਥੋਂ ਯਾਦ ਰੱਖ ਸਕਦੇ ਹਾਂ, ਠੀਕ ਹੈ। ਐਂਡ ਵੇਰੀਅਸ ਜੋ ਇੰਸਟੀਟਿਊਸ਼ਨਸ ਨੇ, ਵੇਰੀਅਸ ਬੋਡੀਜ਼ ਗਵਰਨਮੈਂਟ ਵੱਲੋਂ ਇਹਨਾਂ ਦੀ ਪ੍ਰੋਟੈਕਸ਼ਨ ਲਈ ਕ੍ਰੀਏਟ ਕੀਤੀਆਂ ਗਈਆਂ ਨੇ, ਠੀਕ ਹੈ ਨਾ। ਵੇਰੀਅਸ ਸਟੈਟਿਊਟਰੀ ਬੋਡੀਜ਼ ਦੇਖੋ ਗਵਰਨਮੈਂਟ ਵੱਲੋਂ ਕ੍ਰੀਏਟ ਕੀਤੀਆਂ ਜਾਂਦੀਆਂ। ਸੋ ਸਟਿਊਟਰੀ ਬੋਡੀਜ਼ ਵੀ ਆਪਾਂ ਯਾਦ ਰੱਖਣੀਆਂ ਹੈਗੀਆਂ, ਪਲੱਸ ਇਹਦੇ ਵਿੱਚ ਜੋ ਕੰਸਟੀਟਿਊਸ਼ਨਲ ਬੋਡੀਜ਼ ਆ ਉਹ ਵੀ ਆ ਜਾਂਦੀਆਂ ਨੇ, ਠੀਕ ਹੈ ਨਾ। ਜਿਵੇਂ ਨੈਸ਼ਨਲ ਕਮਿਸ਼ਨ ਫॉर ਸ਼ਡਿਊਲਡ ਕਾਸਟ ਆ ਗਿਆ, ਨੈਸ਼ਨਲ ਕਮਿਸ਼ਨ ਫॉर ਸ਼ਡਿਊਲਡ ਟਰਾਈਬਸ ਆ ਗਿਆ। ਸੋ ਇੱਥੇ ਤੁਹਾਨੂੰ ਆਪ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਣੀ ਹੈ। ਇੱਥੇ ਤੁਸੀਂ ਕੀ ਕਰਨਾ ਹੈਗਾ, ਵਲਨਰੇਬਲ ਸੈਕਸ਼ਨਸ ਆਫ ਦ ਪਾਪੂਲੇਸ਼ਨ ਲਿਖ ਕੇ ਪਿੱਛੇ UPSC ਲਿਖ ਦੇਣਾ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਕਰਨਾ ਜੋ ਵੀ ਤੁਹਾਡੇ 1 2 3 ਨੰਬਰ 'ਤੇ ਕੋਈ ਸਾਈਟ ਆਉਂਦੀ ਹੈ ਉੱਥੋਂ ਸਾਈਟ ਤੋਂ ਕਲਿੱਕ ਕਰਕੇ 1 ਨੰਬਰ ਵੀ ਕਲਿੱਕ ਕਰਨਾ, 2 ਨੰਬਰ ਵੀ ਕਲਿੱਕ ਕਰਨਾ, 3 ਨੰਬਰ ਵੀ ਕਲਿੱਕ ਕਰਨਾ। ਉਹਨਾਂ ਤਿੰਨਾਂ ਦੇ ਵਿੱਚੋਂ ਦੇਖੋ ਸਮ ਆਫ ਦਾ ਥਿੰਗਸ ਸਾਈਟ 1 ਨੇ ਕਵਰ ਕੀਤੀਆਂ ਹੋਣਗੀਆਂ, ਸਮ ਆਫ ਦਾ ਥਿੰਗਸ ਸਾਈਟ 2 ਨੇ ਕਵਰ ਕੀਤੀਆਂ ਹੋਣਗੀਆਂ, ਸਮ ਆਫ ਦਾ ਥਿੰਗਸ ਸਾਈਟ 3 ਨੇ ਕਵਰ ਕੀਤੀਆਂ ਹੋਣਗੀਆਂ। ਸੋ ਇੱਥੇ ਤੁਸੀਂ ਆਪਣੇ ਨੋਟਸ ਆਪ ਪ੍ਰਿਪੇਅਰ ਕਰਨੇ ਆ ਇਸ ਕੰਪੋਨੈਂਟ ਦੇ ਲਈ, ਠੀਕ ਹੈ ਨਾ। ਬਿਕੋਜ਼ ਵਨ ਸਟੋਪ ਸੋਲਿਊਸ਼ਨ ਮੈਨੂੰ ਨਹੀਂ ਮਿਲਿਆ ਹੈਗਾ ਇਹਦਾ। ਸੋ ਇਸ ਕਰਕੇ ਮੈਂ ਕਹਿ ਰਿਹਾ ਕਿ ਤੁਸੀਂ ਆਪਣੇ ਜੇਕਰ ਨੋਟਸ ਬਣਾਓਗੇ ਤਾਂ ਤੁਸੀਂ ਜ਼ਿਆਦਾ ਬੈਟਰ ਰਹੋਗੇ, ਠੀਕ ਹੈ ਨਾ। ਸਿਮਿਲਰ ਦੇਖੋ ਜਿਵੇਂ ਹੈਲਥ ਆ ਗਿਆ, ਐਜੂਕੇਸ਼ਨ ਆ ਗਿਆ, ਹਿਊਮਨ ਰਿਸੋਰਸਿਸ ਆ ਗਿਆ, ਪਾਵਰਟੀ ਦੀ ਗੱਲ ਕੀਤੀ ਹੋਈ ਹੈ, ਮਾਲ ਨਿਊਟ੍ਰੀਸ਼ਨ, ਇਹਨਾਂ ਸਾਰਿਆਂ ਦੇ ਤੁਸੀਂ ਹੈਂਡ ਰਿਟਨ ਨੋਟਸ ਆਪਣੇ ਆਪ ਪ੍ਰਿਪੇਅਰ ਕਰੋ, ਠੀਕ ਹੈ। ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਜਿਵੇਂ ਸਪੋਜ਼ ਕਰੋ ਤੁਸੀਂ ਹੈਲਥ ਬਾਰੇ ਨੋਟਸ ਬਣਾਉਣਾ ਚਾਹੁੰਦੇ ਹੋ, ਠੀਕ ਹੈ ਨਾ। ਤੁਸੀਂ ਕਰਨਾ ਹੈਗਾ ਇਸ਼ੂਜ਼ ਰਿਲੇਟਡ ਟੂ ਡਿਵੈਲਪਮੈਂਟ ਐਂਡ ਮੈਨੇਜਮੈਂਟ ਆਫ ਸੋਸ਼ਲ ਸੈਕਟਰ, ਪਿੱਛੇ UPSC ਪਾ ਕੇ ਸਰਚ ਕਰੋ ਤਾਂ ਉੱਥੋਂ ਤੁਹਾਨੂੰ ਕਾਫੀ ਜਿਹੜਾ ਫੈਕਟਸ ਆ ਉਹ ਮਿਲ ਜਾਣਗੇ, ਠੀਕ ਹੈ ਨਾ। ਜਿਵੇਂ ਹੈਲਥ, ਫਸਟਲੀ ਤੁਸੀਂ ਹੈਲਥ ਦੇ ਨੋਟਸ ਬਣਾਓ, ਠੀਕ ਹੈ। ਹੈਲਥ ਦੇ ਅੰਡਰ ਦੇਖੋ ਕਾਫੀ ਆ ਜਾਂਦੇ, ਟਰਸ਼ਰੀ ਆ ਜਾਂਦੀ ਹੈ, ਸੈਕੰਡਰੀ ਆ ਜਾਂਦੀ ਹੈ, ਪ੍ਰਾਇਮਰੀ ਹੈਲਥ ਆ ਜਾਂਦੀ ਹੈ। ਇੱਕ ਹੋਰ ਤੁਹਾਨੂੰ ਮੈਂ ਡਾਕੂਮੈਂਟ ਦੱਸਣਾ ਚਾਹੁੰਦਾ, India@75। ਵੈਸੇ ਇਹ ਡਾਕੂਮੈਂਟ ਕਾਫੀ 2019 ਦੇ ਵਿੱਚ ਇਸ਼ੂ ਕੀਤਾ ਗਿਆ ਸੀ ਗਵਰਨਮੈਂਟ ਦੇ ਵੱਲੋਂ, ਵੈਸੇ ਓਲਡ ਹੋ ਚੁੱਕਿਆ, ਲੇਕਿਨ ਕਾਫੀ ਜਿਹੜੀਆਂ ਇਹਦੇ 'ਚ ਪ੍ਰੋਬਲਮਸ ਦੱਸੀਆਂ ਗਈਆਂ ਨੇ ਹੈਲਥ ਬਾਰੇ, ਐਜੂਕੇਸ਼ਨ ਬਾਰੇ ਜਾਂ ਹੋਰ ਵੀ ਕਾਫੀ ਸੈਕਸ਼ਨਸ ਦੇ ਬਾਰੇ, ਉਹ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਜਿਹੜੀਆਂ ਉਹ ਪ੍ਰੋਬਲਮਸ ਹੈਗੀਆਂ ਨੇ ਉਦੋਂ ਸੀ ਉਹ ਹੁਣ ਵੀ ਮੌਜੂਦ ਹੈਗੀਆਂ ਨੇ। ਸੋ ਇਸ ਕਰਕੇ ਇਹ ਜਿਹੜਾ ਡਾਕੂਮੈਂਟ ਹੈ ਨਾ ਇਹ ਆਪਣੇ ਆਪ ਇੱਕ ਨੋਟਸ ਦੀ ਫੋਰਮ ਦੇ ਵਿੱਚ ਆ। ਇਸ ਕਰਕੇ ਤੁਸੀਂ ਇਸ ਡਾਕੂਮੈਂਟ ਦੀ ਹੈਲਪ ਲੈ ਕੇ ਵੀ ਜੋ ਹੈਲਥ, ਐਜੂਕੇਸ਼ਨ, ਹਿਊਮਨ ਰਿਸੋਰਸਿਸ ਆ ਇਹਦੇ ਤੁਸੀਂ ਨੋਟਸ ਬਣਾ ਸਕਦੇ ਹੋ, ਠੀਕ ਹੈ। ਸਿਮਿਲਰ ਜਿਵੇਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਕਿਉਂਕਿ ਇਹ ਜਿਹੜਾ ਕੰਪੋਨੈਂਟ ਆ ਇਹ ਕਰੰਟ ਓਰੀਐਂਟਡ ਆ। ਸੋ ਵਿਜ਼ਨ IAS ਦੇ ਵਿੱਚ ਕੀ ਹੁੰਦਾ, ਹੈਲਥ ਬਾਰੇ, ਐਜੂਕੇਸ਼ਨ ਬਾਰੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸੋਸ਼ਲ ਹੈਡ ਦੇ ਅੰਡਰ ਕਵਰ ਕੀਤੀਆਂ ਜਾਂਦੀਆਂ। ਸੋ ਉੱਥੋਂ ਵੀ ਤੁਹਾਡੇ ਕਾਫੀ ਜਿਹੜੇ ਨੋਟਸ ਆ ਉਹ ਤਿਆਰ ਹੋ ਜਾਣਗੇ। ਐਂਡ ਪੰਜਾਬ PCS ਦੇ ਵਿੱਚ ਕੀ ਹੈਗਾ, ਜਿਹੜੇ ਕੁਐਸਚਨਸ ਹੈਗੇ ਆ ਇਹ ਉਹਨਾਂ ਵਿਜ਼ਨ IAS ਦੇ ਵੱਲੋਂ ਜੋ ਨਿਊਜ਼ਸ ਕਵਰ ਕੀਤੀ ਜਾਂਦੀ ਹੈ ਉਹਨਾਂ ਦੇ ਵਿੱਚੋਂ ਮੋਸਟਲੀ ਆ ਹੀ ਜਾਂਦੇ ਆ।
ਸੋ ਇਸ ਕਰਕੇ ਜਦੋਂ ਤੁਸੀਂ ਨੋਟਸ ਬਣਾਉਣ ਲੱਗੋਗੇ ਨਾ, ਫਸਟਲੀ ਤੁਸੀਂ ਕੀ ਕਰਨਾ ਹੈਗਾ, ਜੋ ਵਿਜ਼ਨ IAS ਦਾ ਮੰਥਲੀ ਹੈ ਨਾ, ਜਿਵੇਂ ਪਿਛਲੇ 12 ਮਹੀਨੇ ਦੇ ਮੰਥਲੀ ਚੱਕ ਕੇ ਤੁਸੀਂ ਉੱਥੋਂ ਜੋ ਹੈਲਥ ਦੇ ਚੀਜ਼ਾਂ ਹੈਗੀਆਂ ਉਹ ਅਲੱਗ ਕਰ ਲਓ, ਜੋ ਐਜੂਕੇਸ਼ਨ ਬਾਰੇ ਚੀਜ਼ਾਂ ਹੈਗੀਆਂ ਉਹ ਅਲੱਗ ਕਰ ਸਕਦੇ ਹੋ। ਇਸ ਤਰ੍ਹਾਂ ਵੀ ਤੁਸੀਂ ਜਿਹੜੇ ਨੋਟਸ ਆ ਉਹ ਪ੍ਰਪੇਅਰ ਕਰ ਸਕਦੇ ਹੋ। ਸੋ ਜਿਹੜੇ ਇਹ ਸਾਰਾ ਕੰਪੋਨੈਂਟ ਹੈ ਇਹਦੇ ਤੋਂ ਤੁਹਾਨੂੰ ਨੋਟਸ ਆਪਣੇ ਆਪ ਹੀ ਤਿਆਰ ਕਰਨੇ ਪੈਣਗੇ, ਠੀਕ ਹੈ ਜੀ। ਸੋ ਇਹ ਸੀਗਾ ਜੀ ਸਾਰਾ ਚੱਠਾ GS 1 ਦਾ। ਅਗਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ GS 2 ਦੇ ਬਾਰੇ। ਸੋ ਮੈਂ ਆਸ ਕਰਦਾ ਕਿ ਮੈਂ ਕਿਸੇ ਨਾ ਕਿਸੇ ਐਸਪੀਰੈਂਟ ਦੀ ਤਾਂ ਹੈਲਪ ਕਰਨ ਵਿੱਚ ਜ਼ਰੂਰ ਕਾਮਯਾਬ ਹੋਊਂਗਾ, ਠੀਕ ਹੈ। ਸੋ ਜੇਕਰ ਤੁਸੀਂ ਇਸ ਚੀਜ਼ ਨੂੰ ਪਸੰਦ ਕੀਤਾ ਤਾਂ ਜ਼ਰੂਰ ਜੋ ਵੀ ਕੋਈ ਹੋਰ ਲੋੜਵੰਦ ਸਾਥੀ ਉਹਦੇ ਨਾਲ ਜ਼ਰੂਰ ਸ਼ੇਅਰ ਕਰੋ। ਧੰਨਵਾਦ।